ਧੰਨ ਵਾਹਿਗੁਰੂ ਸਾਹਿਬ ਜੀ। ਮਹੱਲਾ ਦੂਜਾ। ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਕ ਨਾ ਹੁਕਮ ਸਮਾਏ ਲਏ, ਇਕ ਨਾ ਹੁਕਮੇ ਕਰੇ ਵਿਨਾਸ਼। ਇਕ ਨਾ ਭਾਣੈ ਕੱਢ ਲਏ, ਇਕ ਨਾ ਮਾਇਆ ਵਿੱਚ ਨਿਵਾਸ। ਏਵ ਭੇ ਆਖ ਨਾ ਜਾਪਈ, ਜੇ ਕਿਸੈ ਆਣੇ ਰਾਸ। ਨਾਨਕ ਗੁਰਮੁਖ ਜਾਣੀਐ, ਜਾ ਕਉ ਆਪ ਕਰੇ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤ ਸੰਗੀ ਜਨੋ ਵਡਭਾਗੇ ਹੋ। ਆਪ ਜੀ ਨੇ ਜੋ ਅੰਮ੍ਰਿਤ ਬਚਨ ਸਰਵਣ ਕੀਤਾ ਹੈ, ਇਹ ਆਸਾ ਦੀ ਵਾਰ ਦੀ ਦੂਸਰੀ ਪੌੜੀ ਦੇ ਨਾਲ ਲੱਗਾ ਹੋਇਆ ਤੀਸਰਾ ਸ਼ਲੋਕ ਹੈ। ਦੋ ਸ਼ਲੋਕਾਂ ਦੀ ਵਿਚਾਰ ਆਪਾਂ ਪਹਿਲਾਂ ਕਰ ਚੁੱਕੇ ਹਾਂ, ਜਿਸ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਪਾਤਸ਼ਾਹ ਤੇਰਾ ਸਾਰਾ ਕੁਝ ਸਾਜਿਆ ਹੋਇਆ ਸੱਚਾ ਹੈ। ਹਰੇਕ ਚੀਜ਼ ਜਿਹਦੇ ਨਾਲ ਤੂੰ ਜੁੜਿਆ ਹੋਇਆ ਹੈ, ਜਿਹੜਾ ਮਨੁੱਖ ਤੇਰੇ ਨਾਲ ਜੁੜਿਆ ਹੈ, ਉਹ ਵੀ ਸੱਚਾ ਹੈ। ਜਿਹੜਾ ਤੇਰੇ ਤੋਂ ਟੁੱਟ ਜਾਂਦਾ ਹੈ, ਉਹਦਾ ਜੀਵਨ ਕੱਚਾ ਹੋ ਜਾਂਦਾ ਹੈ। ਦੂਸਰੇ ਸ਼ਲੋਕ 'ਚ ਸਤਿਗੁਰਾਂ ਨੇ ਪਰਮਾਤਮਾ ਦੀਆਂ ਕੁਝ ਵਡਿਆਈਆਂ ਦੱਸ ਕੇ ਇਹ ਗੱਲ ਕਹੀ, ਭਲਿਆ ਪਰਮਾਤਮਾ ਦੇ ਬਾਰੇ ਕੋਈ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕਦਾ। ਮੈਂ ਕੁਛ ਵਡਿਆਈਆਂ ਦੱਸ ਦਿੱਤੀਆਂ ਨੇ, ਪਰ ਜੇ ਕੋਈ ਪੂਰਨ ਤੌਰ 'ਤੇ ਬਿਆਨ ਕਰੇ, ਕਹਿਣ ਲੱਗੇ ਇੱਦਾਂ ਨਹੀਂ ਹੋ ਸਕਦਾ। ਹਾਂ, ਜੋ ਪਰਮਾਤਮਾ ਕਰਦਾ ਹੈ ਉਹ ਉਹਦੀ ਰਜ਼ਾ ਦੇ ਵਿੱਚ ਉਹਦੇ ਹੁਕਮ 'ਚ ਹੁੰਦਾ ਪਿਆ ਹੈ। ਅੱਜ ਹੁਕਮ ਦੀ ਗੱਲ ਹੀ ਨਾਲ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖੋਲ੍ਹਦੇ ਨੇ। ਉਹਦਾ ਹੁਕਮ ਹੈ ਕਿ ਅਗਲੇਰਾ ਸ਼ਲੋਕ ਹੈ, ਮਹੱਲਾ ਦੂਜਾ। ਇਹ ਦੂਸਰਾ ਸ਼ਲੋਕ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰੂ ਕਹਿਣ ਲੱਗੇ, ਇਹ ਜਗ ਸੱਚੈ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕੋਠੜੀ ਦਾ ਅਰਥ ਕਰਾਂਗੇ ਮਕਾਨ, ਰਹਿਣ ਦੀ ਥਾਂ। ਸਤਿਗੁਰੂ ਕਹਿਣ ਲੱਗੇ, ਹੇ ਪ੍ਰਭੂ ਜੀਓ, ਇਹ ਜਿਹੜਾ ਤੁਸੀਂ ਸੰਸਾਰ ਪੈਦਾ ਕੀਤਾ ਹੋਇਆ ਹੈ ਨਾ, ਇਹ ਅਸਲ ਦੇ ਵਿੱਚ ਤੁਹਾਡੀ ਹੀ ਰਹਿਣ ਦੀ ਥਾਂ ਹੈ, ਤੁਹਾਡਾ ਰਹਿਣ ਦਾ ਟਿਕਾਣਾ ਹੈ। ਅਤੇ ਇਹ ਗੱਲ ਬਿਲਕੁਲ ਸੁਭਾਵਿਕ ਹੈ। ਜਿਹੜੀ ਚੀਜ਼ ਜਿਸ ਮਨੁੱਖ ਦੀ ਹੋਵੇ ਉਹਦੀ ਮਾਲਕੀਅਤ ਵੀ ਹੁੰਦੀ ਹੈ। ਜੇ ਮੇਰਾ ਘਰ ਹੈ, ਉੱਥੇ ਰਹਾਂਗਾ ਵੀ ਮੈਂ। ਜੇ ਇੱਕ ਆਲ੍ਹਣਾ ਹੈ, ਉੱਥੇ ਪੰਛੀ ਰਹਿਣਗੇ। ਸਤਿਗੁਰੂ ਕਹਿਣ ਲੱਗੇ, ਇਸੇ ਤਰੀਕੇ ਦੇ ਨਾਲ ਇਹ ਜਿਹੜਾ ਸੰਸਾਰ ਹੈ ਨਾ, ਪਰਮਾਤਮਾ ਨੇ ਇੱਕ ਕੋਠੜੀ ਬਣਾਈ ਹੋਈ ਹੈ, ਇੱਕ ਆਪਣੇ ਰਹਿਣ ਦਾ ਟਿਕਾਣਾ ਬਣਾਇਆ ਹੈ। ਅੱਗੇ ਬਚਨ ਕੀਤੇ, ਸੱਚੇ ਕਾ ਵਿੱਚ ਵਾਸ। ਉਸ ਪਰਮਾਤਮਾ ਦਾ ਜਿਹੜਾ ਨਿਵਾਸ ਹੈ, ਉਹਦੀ ਰਹਿਣ ਦੀ ਜਗ੍ਹਾ ਵੀ ਇਹ ਸਮੁੱਚਾ ਸੰਸਾਰ ਹੈ। ਜੇ ਪਰਮਾਤਮਾ ਇਸ ਸੰਸਾਰ 'ਚ ਰਹਿੰਦਾ, ਫਿਰ ਅਸੀਂ ਉਹਨੂੰ ਬਾਹਰ ਕਿਉਂ ਲੱਭਦੇ ਫਿਰਦੇ ਹਾਂ? ਜੇ ਪਰਮਾਤਮਾ ਇਸ ਸੰਸਾਰ 'ਚ ਤਾਂ ਉਹ ਰਹਿੰਦਾ ਫਿਰ ਕਿੱਥੇ ਹੈ? ਕੁਝ ਗੱਲਾਂ ਮਨੁੱਖ ਦੇ ਮਨ ਦੇ ਵਿੱਚ ਸੁਭਾਵਿਕ ਪੈਦਾ ਹੁੰਦੀਆਂ ਨੇ, ਕਿਉਂਕਿ ਸੰਸਾਰ ਤਾਂ ਕੋਈ ਛੋਟਾ ਹੈ ਨਹੀਂ। ਯਾਦ ਰੱਖਿਓ, ਪਰਮਾਤਮਾ ਜਿਹੜਾ ਹੈ, ਅੱਜ ਤੱਕ ਇਹੋ ਬਿਆਨ ਕੀਤਾ ਗਿਆ ਕਿ ਮਨੁੱਖ ਤੋਂ ਦੂਰ ਹੈ। ਮਨੁੱਖ ਨੇ ਫਿਰ ਉਹਨੂੰ ਲੱਭਣ ਦਾ ਯਤਨ ਕੀਤਾ। ਕਿਸੇ ਨੇ ਪਰਿਵਾਰ ਛੱਡਿਆ, ਗੁਫਾਵਾਂ ਦੇ ਵਿੱਚ ਚਲਾ ਗਿਆ। ਕਿਸੇ ਨੇ ਪਰਿਵਾਰ ਛੱਡਿਆ, ਜੰਗਲਾਂ ਬੇਲਿਆਂ ਦੇ ਵਿੱਚ ਚਲਾ ਗਿਆ। ਕੋਈ ਪਰਮਾਤਮਾ ਨੂੰ ਜਿਹੜਾ ਹੈ
ਉਹ ਚਾਰ ਦੀਵਾਰੀ ਦੇ ਅੰਦਰ ਲੱਭਦਾ ਪਿਆ ਹੈ ਤੇ ਕੋਈ ਪਰਮਾਤਮਾ ਨੂੰ ਇਕਾਂਤ ਦੇ ਵਿੱਚ ਲੱਭਦਾ ਪਿਆ ਹੈ। ਉਹ ਪਰਮਾਤਮਾ ਹੈ ਕਿੱਥੇ? ਅਸਲ ਦੇ ਵਿੱਚ ਉਹ ਪਰਮਾਤਮਾ ਕਣ ਕਣ ਦੇ ਵਿੱਚ, ਜਰੇ ਜਰੇ ਦੇ ਵਿੱਚ ਰਮਿਆ ਹੋਇਆ ਮਨੁੱਖ ਦੇ ਅੰਦਰ ਹੀ ਬੈਠਾ ਹੋਇਆ ਹੈ। ਪਰ ਮਨੁੱਖ ਕੀ ਕਰਦਾ ਹੈ? ਉਹ ਪਰਮਾਤਮਾ ਨੂੰ ਕਦੇ ਕਿਤੇ ਭੱਜਦਾ ਹੈ, ਲੱਭਦਾ ਹੈ, ਕਦੇ ਕਿਤੇ ਭੱਜਦਾ ਲੱਭਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਨੇ ਕਿਹਾ, ਕਹਿਣ ਲੱਗੇ, ਭਲਿਆ ਜੇ ਰੱਬ ਨੂੰ ਤੂੰ ਲੱਭਣ ਤੁਰਿਆ ਹੈ ਨਾ, ਤੇ ਤੇਰੇ ਲੱਭਣ ਦੇ ਨਾਲ ਉਹ ਪਰਮਾਤਮਾ ਨਹੀਂ ਮਿਲੇਗਾ। ਜੇ ਮੇਰੇ ਸਿਮਰਨ ਕਰਨ ਦੇ ਨਾਲ, ਮੇਰੀ ਸਾਧਨਾ ਕਰਨ ਦੇ ਨਾਲ ਪ੍ਰਾਪਤ ਹੋ ਜਾਵੇ ਤੇ ਉਹ ਕੋਈ ਵਸਤੂ ਹੋ ਸਕਦੀ ਹੈ, ਕੋਈ ਹਸਤੀ ਹੋ ਸਕਦੀ ਹੈ, ਉਹ ਪਰਮਾਤਮਾ ਨਹੀਂ ਹੋ ਸਕਦਾ। ਜੇ ਮੇਰੇ ਖੋਜਣ ਦੇ ਨਾਲ ਕੁਝ ਲੱਭਿਆ ਜਾਵੇ ਤੇ ਉਹ ਕੋਈ ਸ਼ੈ ਹੋ ਸਕਦੀ ਹੈ, ਉਹ ਪਰਮਾਤਮਾ ਨਹੀਂ ਹੋ ਸਕਦਾ। ਪਰਮਾਤਮਾ ਨੂੰ ਯਾਦ ਰੱਖਿਓ, ਲੱਭਿਆ ਨਹੀਂ ਜਾ ਸਕਦਾ। ਲੱਭੀ ਉਹ ਚੀਜ਼ ਜਾਂਦੀ ਹੈ ਜਿਹੜੀ ਕਿਤੇ ਗਵਾਚੀ ਹੋਵੇ। ਮੇਰੀ ਕੋਈ ਚੀਜ਼ ਸੀ, ਪੈਸਾ ਸੀ, ਧੇਲਾ ਸੀ, ਕੋਈ ਕਾਰਡ ਸੀ, ਗਵਾਚ ਗਿਆ। ਜਿਹੜੀ ਚੀਜ਼ ਗੁੰਮ ਹੋ ਗਈ ਉਹਨੂੰ ਲੱਭਿਆ ਜਾਂਦਾ ਹੈ। ਪਰ ਪਰਮਾਤਮਾ ਬਾਣੀ ਕਹਿੰਦੀ ਹੈ ਕਿ ਜ਼ਾਹਰ ਜ਼ਹੂਰ ਹੈ, ਕਿ ਹਾਜ਼ਰ ਹਜ਼ੂਰ ਹੈ। ਉਹਦੇ ਹਰ ਥਾਂ ਦੇ ਉੱਤੇ ਹਾਜ਼ਰ ਹੈ, ਪ੍ਰਤੱਖ ਹੈ। ਉਹਨੂੰ ਜਿੱਥੇ ਵੀ ਵੇਖਦੇ ਹਾਂ, ਸਭ ਮੈਂ ਜੋਤ ਜੋਤ ਹੈ ਸੋਏ। ਉਹ ਕਣ ਕਣ ਦੇ ਵਿੱਚ, ਜਰੇ ਜਰੇ ਦੇ ਵਿੱਚ ਰਮਿਆ ਹੋਇਆ। ਫਿਰ ਉਹਦਾ ਭਾਵ ਕਿ ਉਹਨੂੰ ਲੱਭਿਆ ਨਹੀਂ ਜਾ ਸਕਦਾ। ਲੱਭੀ ਚੀਜ਼ ਉਹ ਜਾਂਦੀ ਹੈ ਜਿਹੜੀ ਗਵਾਚੀ ਹੁੰਦੀ ਹੈ, ਉਸ ਨੂੰ ਪ੍ਰਗਟ ਨਹੀਂ ਕੀਤਾ ਜਾ ਸਕਦਾ। ਕਈ ਵਾਰੀ ਅਸੀਂ ਕਹਿ ਦਿੰਦੇ ਮਨੁੱਖ ਨੇ ਅੰਦਰੋਂ ਪ੍ਰਗਟ ਕੀਤਾ। ਪ੍ਰਗਟ ਉਹਨੂੰ ਕੀਤਾ ਜਾਂਦਾ ਜਿਹੜਾ ਗੁਪਤ ਹੁੰਦਾ ਹੈ। ਹਾਂ, ਗੁਰੂ ਪਰਮਾਤਮਾ ਦੇ ਵਿੱਚ ਅਭੇਦ ਹੋਇਆ ਹੁੰਦਾ ਹੈ। ਗੁਰੂ ਨੂੰ ਸ਼ਬਦ ਦੇ ਦੁਆਰਾ ਪ੍ਰਗਟ ਕੀਤਾ ਜਾਂਦਾ ਹੈ, ਕਿਉਂਕਿ ਭਾਈ ਸਾਹਿਬ ਨੇ ਲਿਖਿਆ ਕਿ ਸੁਣੀ ਦਾਤਾਰ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ, ਜਗ ਮਾਹੇ ਪਠਾਇਆ। ਗੁਰੂ ਭੇਜਿਆ ਜਾਂਦਾ ਹੈ, ਗੁਰੂ ਪ੍ਰਗਟ ਹੁੰਦਾ ਹੈ, ਸਤਿਗੁਰੂ ਨਾਨਕ ਪ੍ਰਗਟ ਹੈ। ਪਰ ਪਰਮਾਤਮਾ ਜਿਹੜਾ ਹੈ ਉਹ ਕਿੱਥੇ ਹੈ? ਤੇ ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਨਾ, ਤੇ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਕਹਿੰਦੀ ਹੈ ਕਿ ਪਰਮਾਤਮਾ ਤੇਰੇ ਅੰਦਰ ਬੈਠਾ ਹੋਇਆ ਹੈ। ਬਸ ਗੱਲ ਇੰਨੀ ਕੁ ਹੈ ਕਿ ਤੂੰ ਰੱਬ ਨੂੰ ਲੱਭ ਨਾ, ਤੂੰ ਆਪਣੀਆਂ ਭਰਮ ਦੀਆਂ, ਆਪਣੀਆਂ ਵਹਿਮ ਦੀਆਂ, ਭਟਕਦਿਆਂ ਦੀਆਂ ਅੱਖਾਂ ਖੋਲ੍ਹ। ਤੂੰ ਅੱਖਾਂ ਬੰਦ ਕਰਕੇ ਬੈਠਾ ਹੋਇਆ, ਤੈਨੂੰ ਪਰਮਾਤਮਾ ਨਜ਼ਰ ਕੋਈ ਨਹੀਂ ਆਉਂਦਾ ਪਿਆ। ਮਨੁੱਖ ਕਿਸੇ ਸ਼ਾਨਦਾਰ ਹੋਟਲ ਦੇ ਵਿੱਚ ਜਾਂਦਾ, ਕਿਸੇ ਮੌਜ ਮੇਲੇ ਦੇ ਵਿੱਚ, ਕਿਸੇ ਚੰਗੀ ਪਲੇਸ ਦੇ ਉੱਤੇ ਜਾਂਦਾ ਹੈ। ਜੇ ਆਪਣੀਆਂ ਅੱਖਾਂ ਬੰਦ ਕਰ ਦੇਵੇਗਾ, ਆਖੇਗਾ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ। ਕੋਈ ਆਖੇ ਦੇਖ ਭਲਿਆ ਕਿੰਨਾ ਰੌਣਕ ਮੇਲਾ ਹੈ, ਸੰਸਾਰ ਕਿੰਨਾ ਚਹਿਲ ਪਹਿਲ ਹੁੰਦੀ ਪਈ ਹੈ। ਕਹਿੰਦਾ ਨਹੀਂ, ਮੇਰੇ ਭਾਅ ਦਾ ਕੁਛ ਨਹੀਂ ਹੈ, ਮੇਰੇ ਅੱਗੇ ਹਨੇਰਾ ਛਾ ਰਿਹਾ, ਮੈਨੂੰ ਦਿਖ ਨਹੀਂ ਰਿਹਾ। ਹੁਣ ਉੱਥੇ ਤੁਸੀਂ ਲਾਈਟ ਜਗਾਓ, ਆ ਹੁਣ ਦਿਖ, ਕਹਿੰਦਾ ਨਹੀਂ ਦਿਖਦਾ। ਜਿਹੜਾ ਸਲੋਕ ਪਿੱਛੇ ਆਇਆ ਸੀ, ਜੇ ਸੋ ਚੰਦਾ ਉਗਵੇ। ਜੇ ਤੁਸੀਂ ਆਖੋ ਕਿ ਹੱਥ ਮਾਰ ਕੇ ਲੱਭ, ਉਹ ਆਂਦਾ ਮੈਨੂੰ ਦਿਖਦਾ ਨਹੀਂ ਪਿਆ, ਟੱਚ ਨਹੀਂ ਕਰਦਾ, ਮਹਿਸੂਸ ਕਿੱਥੋਂ ਕਰਾਂਗਾ? ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ, ਤੂੰ ਨਾ ਉਹਨੂੰ ਲਾਈਟ ਦੇ ਨਾਲ ਲੱਭ, ਨਾ ਉਹਨੂੰ ਤੂੰ ਹੱਥਾਂ ਦੇ ਨਾਲ ਲੱਭ, ਉਹਨੂੰ ਅੰਤਰ ਧਿਆਨ ਹੋ ਕੇ ਭਾਵਨਾ ਦੀਆਂ ਅੱਖਾਂ ਖੋਲ੍ਹ। ਉਹ ਅੱਖਾਂ ਖੋਲ੍ਹਣ ਦੇ ਸਾਰ ਤੇਰੇ ਸਾਹਮਣੇ ਉਸੇ ਵੇਲੇ ਹੋ ਜਾਵੇਗਾ। ਮੁਸ਼ਕਿਲ ਇਸ ਗੱਲ ਦੀ, ਉਹ ਅੱਖਾਂ ਇਹ ਬਾਹਰੀ ਨਹੀਂ, ਅੱਖਾਂ ਉਹ ਭਾਵਨਾ ਦੀਆਂ ਸਨ। ਸਾਡੇ ਕਈ ਜੀਵਨ ਲੱਗ ਜਾਂਦੇ ਨੇ ਉਹ ਅੱਖ ਖੋਲ੍ਹਦੇ ਖੋਲ੍ਹਦੇ, ਅੱਖ ਖੋਲ੍ਹਦੀ ਕਦੀ ਨਹੀਂ। ਬੜੇ ਵਿਰਲੇ ਟਾਵੇਂ ਨੇ ਜਿਨ੍ਹਾਂ ਦੀ ਉਹ ਅੱਖ ਖੁੱਲਦੀ ਹੈ। ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਬਚਨ ਹੈ ਕਿ ਸਈ ਅੱਖੜੀਆਂ ਬੇਅੰਨ ਜਿਨ੍ਹਾਂ ਦਸੰਦੋ ਮਾਂ ਪਿਰੀ। ਉਹ ਅੱਖਾਂ ਹੋਰ ਨੇ, ਉਹ ਪ੍ਰੇਮ ਦੀਆਂ ਅੱਖਾਂ ਨੇ, ਉਹ ਭਾਵਨਾ ਦੀਆਂ ਅੱਖਾਂ ਨੇ। ਜਿਸ ਵੇਲੇ ਭਾਵਨਾ ਦੀਆਂ ਅੱਖਾਂ ਖੋਲੀਆਂ ਗਈਆਂ ਤੇ ਯਾਦ ਰੱਖਿਓ ਪਰਮਾਤਮਾ ਸਾਹਮਣੇ ਹੀ ਬੈਠਾ ਨਜ਼ਰ ਆ ਜਾਏਗਾ। ਪਰਮਾਤਮਾ ਆਪਣੇ ਅੰਦਰ ਨਜ਼ਰ ਆ ਜਾਏਗਾ। ਪਰਮਾਤਮਾ ਨੂੰ ਲੱਭਣ ਦੀ ਲੋੜ ਨਹੀਂ। ਇੱਕ ਫਰਮਾਨ ਮੈਂ ਗੁਰੂ ਗ੍ਰੰਥ ਸਾਹਿਬ 'ਚੋਂ ਦੇ ਦੇਣਾ ਕਿ ਕਿਤੇ ਮਨ 'ਚ ਇਹ ਨਾ ਰਹਿ ਜਾਵੇ ਕਿ ਅਸੀਂ ਸਾਧਨਾ ਕਿਉਂ ਕਰਦੇ ਹਾਂ। ਦੇਖੋ, ਸਾਧਨਾ ਕੀਤੀ ਜਾਂਦੀ ਹੈ, ਉਹ ਤਾਂ ਕੀਤੀ ਜਾਂਦੀ ਹੈ ਕਿ ਪਰਮਾਤਮਾ ਦੇ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ। ਅਸੀਂ ਮਕਾਨ ਬਣਾਉਂਦੇ ਹਾਂ, ਮਕਾਨ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜਿਹੜੀ ਹੈ ਉਹ ਲੋੜੀਂਦੀ ਵਸਤੂ ਲਿਆਂਦੀ ਜਾਂਦੀ ਹੈ, ਚੀਜ਼ਾਂ ਲਿਆਂਦੀਆਂ ਜਾਂਦੀਆਂ ਨੇ, ਕਮਰਾ ਸਜਾਇਆ ਜਾਂਦਾ ਹੈ। ਪਰ ਇਹਦਾ ਭਾਵ ਇਹ ਨਹੀਂ ਕਿ ਜਿਹੜੀਆਂ ਇੱਟਾਂ ਲੱਗੀਆਂ ਨੇ, ਬਜਰੀ ਲੱਗੀ ਹੋਈ ਹੈ, ਜਿਹੜੇ ਬੈੱਡ ਡੱਠੇ ਹੋਏ ਨੇ, ਪੇਂਟ ਹੋਇਆ, ਇਹ ਸਾਰਾ ਕੁਝ ਨੇ ਕਮਰੇ 'ਚ ਰਹਿਣਾ ਹੈ। ਇਹ ਸਾਰਾ ਕੁਝ ਤਾਂ ਇਹਦੇ ਵਿੱਚ ਆਣ ਕੇ ਘਰ ਦੇ ਮਾਲਕ ਨੇ ਰਹਿਣਾ ਸੀ। ਪਰ ਅਸੀਂ ਸਾਰੀ ਤਿਆਰੀ ਘਰ ਦੀ ਕਰਕੇ ਰੱਖਦੀ, ਜਦੋਂ ਪਰਮਾਤਮਾ ਦੇ ਆਉਣ ਦੀ ਵਾਰੀ ਆਈ ਉਦੋਂ ਮਨੁੱਖ ਘੂਕ ਸੌਂ ਗਿਆ। ਸਾਡੀ ਸਾਧਨਾ ਜਿਹੜੀ ਹੈ ਇਹ ਪਰਮਾਤਮਾ ਤੱਕ ਦੇ ਪਹੁੰਚਣ ਦੀ ਸੀ। ਉਹ ਆਪਣੇ ਹਿਰਦੇ ਨੂੰ ਸਾਫ਼ ਕਰਨ ਦੀ ਸੀ। ਭਾਂਡਾ ਧੋਏ ਬੈਸ ਧੂਪ ਦੇਵੋ ਤਾਉ ਦੂਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ, ਨਿਰਾਸ ਜਮਾਵੋ ਜਪੋ ਤਾ
एको नाम वो तां जपना सी कि तां हिरदे की सेज तैयार हो सके। साडी हिरदे की सेज तैयार होंदी गई जिस वेले परमात्मा ने आउणा सी मनुख थक हार के बैठ जाता है। तो गुरु ग्रंथ साहिब जी का पाठ करदे एक पंक्ति सामने आई, सतगुरु कह लगे जिस वेले तू थक हार के बैठ गया तेनों परमात्मा उदों ही मिल जाना है। वो असी बचन पढ़ते हैं, कह लगे घाल ना मिलियो सेव ना मिलियो। मैं बड़ी घाल ना घाली, कई वारी मनुख जिहड़ा पहाड़ां ते रब नूं चढ़िया लभण दे वास्ते कई वारी जंगलों दे विच गया, पैरां दे थल्ले जिहड़ा सी कंडे मधाउंदा रहा, फुल फल पत्ते खा के गुजारा करता रहा। कह लगे बड़ी घाल ना घाली, कदी पानियां दे विच बैठा, कदियां धूणियां ला के बैठा, बड़े तप साधदा रहा, परमात्मा मिलिया नहीं, सारी उम्र कढा दित्ती। कहन लगे कदी परमात्मा की झलकी ना मिली, घाल ना मिलियो सेव ना मिलियो। बड़ियां सेवावां कीतियां, सिमरन कीता, बड़े जिहड़े सन तप साधन का यतन किया, बड़ा बड़ा लम्मा ध्यान लाया, परमात्मा ता भी नहीं मिलिया। घाल ना मिलियो सेव ना मिलियो, इहदा भाव दाता जी परमात्मा मिलदा नहीं। सतगुरु कहिंदे भाई परमात्मा मिलदा है, कदों मिलदा है? कहिंदे परमात्मा आण के मिलेगा, आए मिलियो आए अचिंता। जिस वेले तू अचिंत बैठा होवेगा, तेरे चेते दे विच भी परमात्मा दा फुरना होएगा, याद रखी परमात्मा उदों ही आण के तैनूं मिल बनदा है। जिस वेले मेरे सामने ये पंक्ति आई तो मेरा मन सोचदा सी मैं उदाहरण की देवां, तो मेरे सामने एक बच्चे की उदाहरण आई। मैं देख रहा सा एक बच्चे वाल, तुसीं वेखो छोटा जिहा बच्चा माँ बाप दे नाल घर च खेडदा, किते तुरिया जा रहा है, बच्चा थक गया, बच्चा आवाज़ देंदा है, बाहवां तां करदा मैनूं चुक ला, बाप है माँ है कहंदी तुरिया हौली हौली, कोई गल नहीं तुरिया। बच्चा फिर रोना शुरू करता है, माँ बाप चुक्या नहीं, बाहवां खिलारियां अज चुक्या नहीं, वो अपने वालों पूरा रोन का जोर लाउंदा है। बाप कहंदा इनू रो लैंदे तां भी कहा जाता कि आ जा आ जा। जिहड़ा बच्चा तुरिया सी, जिन्हें बाहवां फलारियां तां ना चुक्या, जिहड़ा अत दा रोया तां ना चुक्या, जिस वेले उन्हें अपने शरीर का बल छड्ड के जमीन ते डिग पिया, रोना बंद हो गया, तुरना बंद हो गया, बाहवां फलाउणियां बंद हो गई, माँ ने उस वेले घुट के चुक के सीने दे नाल ला लिया, इहदा हुण बल खत्म हो चुका, इनू हुण चुकना ही पैना है। असी अपना बल लाई फिरदे हां, तीरथ वर्त अर दान कर, कदी तीर्थां दे उत्ते गए, कदी वर्त रखे, ये घाल ही है साडी सारी। असीं लभण का यतन किया परमात्मा नूं कि परमात्मा किते चुक लवे। सतगुरु कह लगे मन मैं धरै गुमान, मन च हंकार आ गया, सारे का सारा नेफल हो गया। तीरथ वर्त अर दान कर, मन मैं धरै गुमान, नानक नेफल जात ते ज्यों कुंचर इशनान, सारे का सारा खत्म हो गया, सारे का सारा वेस्ट चला गया। फिर परमात्मा किद्दां मिलिया? गुरु अर्जन साहिब कह लगे घाल ना मिलियो सेव ना मिलियो, मिलियो आए अचिंता। जिन्हों गुरु तेग बहादुर साहब जी कहते हैं, कह लगे बल छुटकियो बंधन परे। सारिया ने शरीरक बल जिहड़ा सी छड्ड दिता, हुण कुछ हल नहीं रह गया। बल छुटकियो बंधन परे, कशु न होत उपाय, कहो नानक अब ओट हर गज ज्यों हो सहाय। जदों फरियाद की मेरे ताकत मुक चुकी है, सतगुरु नाल ही कह लगे हुण बल होआ, बंधन छुटे, सब किश होत उपाय। हुण मेरा अपना बल खत्म हो गया, परमात्मा की रहमत शुरू हो गई। कहो नानक सब किश तुमरे हाथ में, सारा कुछ तेरे हाथ है, तुम ही होत सहाय, तू आप सहाई हो के मैनूं चुक के सीने दे नाल ला लिया। असल दे विच परमात्मा मिलिया तो जरूर, पर वह मनुख नूं उदों मिलिया जदों इहदे अपने सारे तरीके, अपनी भज दौड़, अपना सारा कुछ खत्म हो गया, परमात्मा इहदे सामने आ गया। इत्थे धन गुरु अंगद देव महाराज जी कह लगे भलिया वो परमात्मा किते दूर नहीं सी बैठा, उन्हें जे संसार बनाया होया है तो इहदा भाव सी वो कन कन दे विच जरे जरे दे विच रमिया होया सी, पर तू उन्होंने कन कन जरे जरे दे विच रमजना रमिया समझना छड्ड के उन्होंने किते चार दीवारी दे विचों लभण दा यतन कीता, किते उन्होंने गुफावां दे विचों लभण दा यतन कीता। माफ़ करना अज भी तो इहो कुछ हो रहा है। अज रब गुरद्वारियां दे विचों लभ्या जा रहा, नहीं मिलता पिया सानूं। बड़ा बड़ा लम्मा समा हो गया, कीर्तन समागम कराउंदे ने, रैन सबाइयां नूं गुरमत समागम कराउंदे ने, हत्थ कुछ नहीं आ रहा, आउटपुट कुछ नहीं आ रही। इन्हें मंदिर वाल नूं मूँह कीता, बड़ा बड़ा लम्मा समा हो गया, टल वजदियां नूं आउटपुट कुछ नहीं आई, परमात्मा तक ना पहुँचिया। बड़ा लम्मा समा हो गया मस्जिद दे विच जांदियां नूं, पर जिस दिन परमात्मा प्रगट होया तो सतगुरु कह लगे उहदे अंदरों ही हिरदे घर दे विचों ही
ਨਾਮ ਜਪਦਿਆਂ ਹੀ ਪ੍ਰਗਟ ਹੋ ਗਿਆ। ਕਿਉਂਕਿ ਪ੍ਰਮਾਤਮਾ ਦਾ ਰਹਿਣ ਵਾਲਾ ਹਰੇਕ ਥਾਂ ਹੈ। ਤੁਹਾਡੀ ਭਾਵਨਾ ਹੋਣੀ ਚਾਹੀਦੀ ਉਹਨੂੰ ਸੱਦਣ ਦੀ, ਜਿੱਥੇ ਮਰਜ਼ੀ ਸੱਦ ਲਿਓ ਉਹ ਉੱਥੇ ਹੀ ਹਾਜ਼ਰ ਹੋ ਜਾਂਦਾ ਹੈ। ਸਤਿਗੁਰੂ ਕਹਿ ਲਗੇ ਇਹ ਜੱਗ ਸੱਚੇ ਕੀ ਹੈ ਕੋਠੜੀ। ਭਲਿਆ ਇਹ ਪ੍ਰਮਾਤਮਾ ਦੇ ਰਹਿਣ ਬਸੇਰਾ ਹੈ, ਉਹਦੀ ਕੋਠੜੀ ਹੈ। ਇਹ ਜਿਹੜਾ ਸਾਰਾ ਸੰਸਾਰ ਹੈ, ਇਹ ਨਹੀਂ ਕਹਿ ਸਕਦਾ ਰੱਬ ਇੱਥੇ ਹੈ ਜਾਂ ਉੱਥੇ ਨਹੀਂ। ਉਹ ਕਣ ਕਣ ਜਰੇ ਜਰੇ ਦੇ ਵਿੱਚ ਰਮਿਆ ਹੋਇਆ ਹੈ। ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹ ਪਰਮਾਤਮਾ ਦਾ ਹਰੇਕ ਥਾਂ 'ਤੇ ਆਪਣਾ ਨਿਵਾਸ ਹੈ। ਉਹਦਾ ਟਿਕਾਣਾ ਹਰ ਥਾਂ ਦੇ ਉੱਤੇ ਪਰਮਾਤਮਾ ਆਪ ਰਹਿੰਦਾ ਪਿਆ ਹੈ। ਕਹਿਣ ਲੱਗੇ ਉਹ ਕਰਦਾ ਕੀ ਹੈ, ਇੱਕ ਨਾ ਹੁਕਮ ਸਮਾਏ ਲਏ, ਇੱਕ ਨਾ ਹੁਕਮੇ ਕਰੇ ਵਿਨਾਸ਼। ਕਹਿਣ ਲੱਗੇ ਬਸ ਪਰਮਾਤਮਾ ਆਪਣੇ ਹੁਕਮ ਦੀ ਡੋਰ ਚਲਾ ਰਿਹਾ ਹੈ। ਕਿਸੇ ਨੂੰ ਹੁਕਮ ਦੇ ਮੁਤਾਬਕ, ਜਿਹੜਾ ਜੀਵ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਹੀ ਹੋ ਕੇ ਚੱਲਦਾ ਹੈ, ਉਹਨੂੰ ਸਮਾਏ ਲਈ ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਜਿਹੜਾ ਪਰਮਾਤਮਾ ਦੇ ਹੁਕਮ ਤੋਂ ਬਾਗੀ ਹੋ ਜਾਂਦਾ, ਇੱਕ ਨਾ ਹੁਕਮੇ ਕਰੇ ਵਿਨਾਸ਼, ਉਹਦਾ ਜੀਵਨ ਜਿਹੜੀ ਜ਼ਿੰਦਗੀ ਸਾਰੀ ਦੀ ਸਾਰੀ ਤਬਾਹ ਹੋ ਜਾਂਦੀ ਹੈ। ਇਹ ਪਰਮਾਤਮਾ ਦੀ ਖੇਡ ਹੈ, ਇਹ ਉਹਦਾ ਹੁਕਮ ਹੈ। ਹੁਣ ਦੂਸਰਾ ਸਵਾਲ ਪੈਦਾ ਹੋਵੇਗਾ, ਹੁਕਮ ਹੈ ਕੀ? ਮੈਂ ਕਿਹਨੂੰ ਹੁਕਮ ਸਮਝਾਂ? ਫਿਲਾਸਫਰਾਂ ਨੇ ਹੁਕਮਾਂ ਦੀਆਂ ਜਿਹੜੀਆਂ ਨੇ ਬੜੀਆਂ ਡਿਟੇਲਾਂ ਦਿੱਤੀਆਂ, ਬੜਾ ਕੁਝ ਕਿਹਾ ਗਿਆ ਕਿ ਹੁਕਮ ਇਹਨੂੰ ਕਹਿੰਦੇ ਨੇ, ਹੁਕਮ ਇਹਨੂੰ ਕਹਿੰਦੇ ਨੇ। ਤੁਸੀਂ ਗੁਰੂ ਸਾਹਿਬ ਜੀ ਨੂੰ ਪੁੱਛੋ, ਗੁਰੂ ਅਰਜਨ ਸਾਹਿਬ ਜੀ ਨੇ 2 ਪੰਕਤੀਆਂ ਦੇ ਵਿੱਚ ਇਹਦਾ ਜਵਾਬ ਦੇ ਦਿੱਤਾ। ਕਹਿਣ ਲੱਗੇ ਭਲਿਆ ਤੂੰ ਹੁਕਮ ਦੀ ਪਰਿਭਾਸ਼ਾ ਪੁੱਛਣੀ ਹੈ ਤੇ ਮੇਰੇ ਕੋਲ ਆ, ਸਤਿਗੁਰੂ ਕੀ ਪਰਿਭਾਸ਼ਾ ਹੈ? ਕਹਿਣ ਲੱਗੇ ਧਿਆਨ ਨਾਲ ਸੁਣੀ, ਜੋ ਹੋਵਾ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ। ਜੋ ਪਰਮਾਤਮਾ ਕਰ ਰਿਹਾ ਹੈ ਉਹਨੂੰ ਖਿੜੇ ਮੱਥੇ ਸਵੀਕਾਰ ਕਰ ਲਾ, ਇਹੋ ਪਰਮਾਤਮਾ ਦਾ ਹੁਕਮ ਹੈ। ਮਨੁੱਖ ਕੀ ਕਰਦਾ ਹੈ, ਮੈਨੂੰ ਨਫਾ ਪ੍ਰਵਾਨ ਹੈ, ਮੈਨੂੰ ਘਾਟਾ ਪ੍ਰਵਾਨ ਨਹੀਂ, ਇਹ ਉਹਦਾ ਹੁਕਮ ਨਹੀਂ ਹੈ। ਮੈਨੂੰ ਸੁੱਖ ਪ੍ਰਵਾਨ ਨੇ, ਮੈਨੂੰ ਦੁੱਖ ਪ੍ਰਵਾਨ ਨਹੀਂ। ਮੈਨੂੰ ਦਿਨ ਪ੍ਰਵਾਨ ਹੈ, ਮੈਨੂੰ ਰਾਤ ਪ੍ਰਵਾਨ ਨਹੀਂ। ਮੈਨੂੰ ਸਰਦੀ ਪ੍ਰਵਾਨ ਹੈ, ਮੈਨੂੰ ਗਰਮੀ ਪ੍ਰਵਾਨ ਨਹੀਂ। ਮੈਨੂੰ ਭੁੱਖ ਜਿਹੜੀ ਹੈ ਉਹ ਪੇਟ ਭਰਿਆ ਪ੍ਰਵਾਨ ਹੈ, ਭੁੱਖ ਪ੍ਰਵਾਨ ਨਹੀਂ। ਮੇਰੀਆਂ ਖਹਿਸ਼ਾਂ ਮੈਨੂੰ ਪ੍ਰਵਾਨ ਨੇ, ਨਾ ਮਿਲਣਾ ਮੈਨੂੰ ਪ੍ਰਵਾਨ ਨਹੀਂ। ਸਤਿਗੁਰੂ ਕਹਿਣ ਲੱਗੇ ਇਹ ਪਰਮਾਤਮਾ ਦਾ ਹੁਕਮ ਨਹੀਂ ਹੋ ਸਕਦਾ। ਹੁਕਮ ਬੜਾ ਸੌਖਾ ਹੈ, ਪਰ ਇਹਨੂੰ ਅਸੀਂ ਆਪ ਗੁੰਝਲਦਾਰ ਕਰਕੇ ਰੱਖ ਦਿੱਤਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ, ਕਹਿਣ ਲੱਗੇ ਭਲਿਆ ਉਸ ਹੁਕਮ ਨੂੰ, ਉਹਦੀ ਰਜਾ ਦੇ ਵਿੱਚ ਤੁਰਨ ਨੂੰ ਤੂੰ ਜ਼ਿੰਦਗੀ ਦਾ ਆਧਾਰ ਬਣਾ ਲਾ, ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਹੀ ਸੁੱਖ ਮਿਲਣਗੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਹੁਕਮ ਤੇਰੇ ਨਾਲ ਚੱਲ ਰਿਹਾ ਹੈ। ਬਸ ਇੰਨੀ ਕੁ ਗੱਲ ਸਮਝਣ ਵਾਲੀ ਹੈ ਹੁਕਮ ਦੀ। ਜੋ ਪਰਮਾਤਮਾ ਕਰਦਾ ਹੈ ਉਹਨੂੰ ਤੁਸੀਂ ਸੱਤ ਕਰਕੇ ਮੰਨ ਲਓ, ਉਹਦੇ ਵਿੱਚ ਹੀ ਖੁਸ਼ੀ ਮਿਲ ਜਾਂਦੀ ਹੈ। ਪਰ ਮਨੁੱਖ ਨਫਾ ਪ੍ਰਵਾਨ ਕਰ ਲੈਂਦਾ ਹੈ, ਘਾਟਾ ਪ੍ਰਵਾਨ ਨਹੀਂ ਕਰਦਾ। ਸੁੱਖ ਪ੍ਰਵਾਨ ਕਰ ਲੈਂਦਾ, ਦੁੱਖ ਪ੍ਰਵਾਨ ਨਹੀਂ ਕਰਦਾ। ਜਦੋਂ ਦੁੱਖਾਂ ਨੂੰ ਪ੍ਰਵਾਨ ਨਹੀਂ ਕਰਦਾ, ਸਤਿਗੁਰੂ ਕਹਿਣ ਲੱਗੇ ਇਹੋ ਦੁੱਖ ਫਿਰ ਉਹਨੂੰ ਜਿਹੜੇ ਅੰਦਰ ਨੂੰ ਤੰਗ ਕਰਦੇ ਨੇ। ਮੇਰੇ ਤੇ ਸੁੱਖ ਆਇਆ, ਸਾਡੇ ਘਰ 'ਚ ਬੱਚੇ ਦਾ ਜਨਮ ਹੋਇਆ, ਸਾਰਿਆਂ ਨੂੰ ਬੜੀ ਖੁਸ਼ੀ ਹੈ। ਸੁੱਖ ਆ ਗਿਆ, ਪ੍ਰਵਾਨ ਕਰ ਲਿਆ, ਪਰਮਾਤਮਾ ਦਾ ਸ਼ੁਕਰ ਕੀਤਾ। ਨੌਜਵਾਨ ਪੁੱਤਰ ਵਿਆਹੁਣ ਦੀ ਲਾਇਕ ਤੇ ਹੋਇਆ, ਉਹਦੀ ਜਿੱਥੇ ਡੋਲੀ ਉੱਠਣੀ ਸੀ, ਜਿੱਥੇ ਬਰਾਤ ਚੜ੍ਹਨੀ ਸੀ, ਅੱਜ ਉਹਦੀ ਅਰਥੀ ਉੱਠ ਗਈ, ਉਹ ਮੈਨੂੰ ਪ੍ਰਵਾਨ ਨਹੀਂ ਹੋਇਆ। ਸਾਰੀ ਉਮਰ ਪਿਓ ਰੋਂਦਾ ਰਿਹਾ, ਪਰਮਾਤਮਾ ਨੇ ਮੇਰੇ ਨਾਲ ਧੱਕਾ ਕੀਤਾ ਕਿਉਂਕਿ ਉਹਦਾ ਹੁਕਮ ਪ੍ਰਵਾਨ ਨਹੀਂ ਹੋਇਆ, ਸਾਰੀ ਉਮਰ ਦੁਖੀ ਰਿਹਾ। ਸਤਿਗੁਰੂ ਕਹਿਣ ਲੱਗੇ ਇਹ ਹੁਕਮ ਨਹੀਂ। ਹੁਕਮ ਉਹ ਹੈ ਜੋ ਹੋਆ, ਜੋ ਪਰਮਾਤਮਾ ਕਰਤਾ ਹੈ, ਹੋਵਤ ਸੋ ਜਾਣੈ। ਜੋ ਪਰਮਾਤਮਾ ਕਰਦਾ ਉਹਨੂੰ ਤੂੰ ਸੱਤ ਕਰਕੇ ਸਮਝ ਲਾ। ਮੈਂ ਬੇਨਤੀ ਕਰਾਂ, ਅਸੀਂ ਹੁਕਮ ਤੋਂ ਆਕੀ ਕਦੀ ਨਹੀਂ ਹੋ ਸਕਦੇ। ਇੱਕ ਮਛਲੀ ਸਾਗਰ ਦੇ ਵਿੱਚ ਤੇ ਰਹਿ ਸਕਦੀ ਹੈ, ਸਮੁੰਦਰ 'ਚ, ਨਦੀ ਪਾਣੀ ਦੇ ਵਿੱਚ ਰਹਿ ਤੇ ਸਕਦੀ ਹੈ। ਨਦੀ 'ਚ ਰਹਿੰਦੇ ਆ, ਸਮੁੰਦਰ 'ਚ ਰਹਿੰਦੇ, ਇਹ ਗੱਲ ਕਹਿ ਸਕਦੀ ਉਹਨੂੰ ਆਜ਼ਾਦੀ ਹੈ ਕਿ ਮੈਂ ਪਾਣੀ ਨੂੰ ਨਹੀਂ ਪ੍ਰਵਾਨ ਕਰਾਂਗੀ, ਕਹਿ ਸਕਦੀ, ਉਹਨੂੰ ਬੋਲਣ ਦੀ ਆਜ਼ਾਦੀ ਹੈ। ਮਛਲੀ ਕਹਿ ਸਕਦੀ ਹੈ ਮੇਰਾ ਪਾਣੀ ਦੇ ਨਾਲ ਕੋਈ ਸੰਬੰਧ ਨਹੀਂ, ਪਰ ਪ੍ਰੈਕਟੀਕਲ ਤੌਰ ਦੇ ਉੱਤੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਜਾ ਤੇ ਸਕਦੀ ਹੈ, ਪਾਣੀ ਤੋਂ ਬਾਹਰ ਆਵੇਗੀ ਤੇ ਉਹਦਾ ਜੀਵਨ ਸਮਾਪਤ ਹੋ ਜਾਵੇਗਾ। ਅਸੀਂ ਕਹਿ ਤੇ ਸਕਦੇ ਹਾਂ ਦੁੱਖ ਭੋਗਦੇ ਭੋਗਦੇ ਮੈਨੂੰ ਰੱਬ ਦਾ ਹੁਕਮ ਪ੍ਰਵਾਨ ਨਹੀਂ ਹੋਇਆ, ਰੱਬ ਦਾ ਹੁਕਮ ਪ੍ਰਵਾਨ ਨਹੀਂ। ਯਾਦ ਰੱਖਿਓ, ਤੁਸੀਂ ਕਹਿ ਸਕਦੇ ਜੇ ਪਰ ਕਰ ਕੁਛ ਨਹੀਂ ਸਕਦੇ। ਮਛਲੀ ਪਾਣੀ 'ਚ ਰਹਿੰਦੀ ਕਹਿੰਦੀ ਹੈ ਮੈਨੂੰ ਹੁਕਮ ਪਾਣੀ ਨਹੀਂ ਚਾਹੀਦਾ, ਮੈਂ ਪਾਣੀ ਨੂੰ ਕੀ ਕਰਨਾ, ਮੈਂ ਉੱਦਾਂ ਹੀ ਤਾਰੀਆਂ ਲਾਵਾਂਗੀ। ਬਾਹਰ ਆਉਂਦੀ ਹੈ, ਜੀਵਨ ਸਮਾਪਤ ਹੈ, ਤੁਸੀਂ ਕੁਛ ਨਹੀਂ ਜੇ ਕਰ ਸਕਦੇ। ਮਨੁੱਖ ਕੁਛ ਨਹੀਂ ਕਰ ਸਕਦਾ। ਜਿਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ, ਕਹਿਣ ਲੱਗੇ ਜਿਸ ਠਾਕੁਰ ਸਿਓ ਨਾ ਹੀ ਚਾਰਾ, ਤੇਰਾ ਕੋਈ ਚਾਰਾ ਨਹੀਂ ਚੱਲਣਾ। ਉਹਦਾ ਹੁਕਮ ਤੈਨੂੰ ਮੰਨਣਾ ਹੀ ਪੈਣਾ ਹੈ। ਜੇ ਉਹਨੂੰ ਸੱਤ ਕਰਕੇ ਮੰਨੇਗਾ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਜੇ ਉਹਨੂੰ ਅਸੱਤ ਕਰਕੇ ਮੰਨੇਗਾ, ਭਾਵ ਨਾ ਮੰਨੇਗਾ, ਉਹਦੇ ਵਿੱਚੋਂ ਦੁੱਖ ਪੈਦਾ ਹੋ ਜਾਣਗੇ। ਜਿਸ ਠਾਕੁਰ ਸਿਓ
ना ही चारा, नहीं कुछ कर सकता। जे दिन चढ़िया तो ये चढ़ना ही सी, परमात्मा ने चढ़ाना। तू जिन्ना मर्जी रौला पाई जा, तेरे कहण दे नाल सूरज नहीं रुक जाना। जे सर्दी गई हुण गर्मी आ रही है, तू जिन्ना मर्जी विलक जा, हाए गर्मी आ गई, हाए गर्मी आ गई, ये आउणी है, इनू तू नहीं रोक सकता। संसार दे विच सवास तेरे चलते ने, तू रौला पाई जा, चलते ने, सवास समाप्त हो गए, रौला पाई जा, खत्म हो गए, मर गया, कुछ नहीं कर सकता तू। ये जो होना सी परमात्मा ने करना सी, वो अपने हुक्म के अनुसार कर ही रहा है। सतगुरु कह लगे बस जे चारा कोई नहीं ना चलता, सुखा की प्राप्ति करनी, उन्होंने सत करके प्रवान कर ला। जिस ठाकुर से ना ही चारा, ताकौ कीजै सद नमस्कारा, उन्होंने सत करके प्रवान कर ला। तो याद रखियो, साडे दुखों का कारण ही ये है। गुरु नानक साहब जी का अमृत बोल बड़ा प्यारा। सतगुरु कह लगे मनुख जो रब तो टुटदा है ना, परमात्मा उन्होंने जिहड़ा है कुछ समझाउंदा है, उन्होंने अपना हुक्म समझाउंदा है, उन्होंने फिर दुखों की दात दिंदा है। बाणी ने दुखों नूं दात प्रवान किया जी, केतियां दुख भूख सद मार, यह पे दात तेरी दातार। बाणी कहती ये दात है। दात क्यों, मैं तुहाडे नाल अर्ज कर देना। मनुख सुख दे विच है, इहदे उत्ते समा माड़ा आउंदा है, जिहड़े उतरा चढ़ा आउंदे ने, इहनूं प्रवान नहीं करदा। इहदे उत्ते धार्मिक जिहड़े ने ये रहबरां दा असर नहीं हो रहा, धार्मिक बोलां दा असर नहीं हो रहा, धार्मिक पुस्तकां दा, गुरु दी बाणी दा, पाठ दा, भजन बंदगी दा असर कोई नहीं हो रहा, नहीं समझ रहा, सुख दे विच झूमदा पिया है। जां मैं पिछले दिन कहा सी, दो हालातां 'च मनुख रब तो इनकारी है, बहुत ज़्यादा सुख दे विच ते बहुत ज़्यादा दुख दे विच। हुण इन्ना क ज़्यादा सौखी है, ये रब की परवाह ही कोई नहीं करता। तो ये अज समाज का साडा एक पक्ष है, जिहड़ा मनुख अत दा धनाड़ है, वह गुरु कोल नहीं आवेगा। आवेगा भी की लैन, सारा कुछ उहदे घर पिया होया है। जे आवेगा केवल तो केवल 5-2-4 मिनट आवेगा, फॉर्मैलिटी करके चलेगा। अमीर बंदा बहुत घट परमात्मा का नाम जपदा, वो अपने सुखों के विच उलझिया पिया है। जिस मनुख के उत्ते दलील काम नहीं करती, जिहदे उत्ते अपील नहीं काम करती, जिहदे उत्ते विचार नहीं काम करते, फिर परमात्मा उन्होंने दुख की सट मारदा। जो दुख की सट वजदी है ना, याद रखियो, चंगे भले विगड़े तो विगड़े जिहड़े परमात्मा उन्होंने फड़ के सुधार के रख दिंदा। गुरु नानक साहब कह लगे परमात्मा ने दुख दिते, हुण वो दवाई बन निकले। क्यों दवाई बनी? क्योंकि दवाई ने जिहड़ा सी वो रोगां दा घाण करना सी, दवाई ने रोग खत्म करने सन। फिर रोग कित्थों शुरू होए? जे दुख दवाई बन गया तो वो रोग किहड़े सन, कित्थों शुरू होए? गुरु नानक साहब कह लगे रोग तेरे सुख तो शुरू होए सन। खसम विसार किए रस भोग, तां तन उठ खलोए सोग, तां तन उठ खलोए रोग, मन अंधे को मिले सजाए वैद ना भोले। दारू लाए रब ने खुशी दी, इन्नी ज़्यादा खुशी दे विच ये खचित हो गया, समझदा सी मैं ही मैं रह गया, होर कोई नहीं। अज हुण दुखी होया बैठा पिया है। हुण सतगुरु कहंदे जो दुख ने आण के इनू धा लाई, ये दवाई बन गई। जो दुख आया फिर एक कलपिया, विलकलाया, विलकला के ये गुरु के चरणों च आण के इन्हें सिमरन किया। सिमरन ने इन्नी क बरकत की कि ये दुख भी गए, रोग भी गए। इन्हें परमात्मा के हुक्म नूं सत करके प्रवान करना समझ लिया। वो असीं बचन पढ़ते हैं, दुख दारू सुख रोग भया। दारू तां बनी, दवाई तां बनी दुख, क्योंकि इन्हें सुखा नूं जिहड़ा सी रोग बना लिया। याद रखियो, जदों भी सुख दवे परमात्मा का नाम ना छड्डियो, ना सुख तुहाडे रोग बनन, ना तुहानूं दुखां दी दवाई लैनी पवे। दवाई असीं तां ही खांदे ना, डॉक्टर दे कोल तां ही जाने आ। डॉक्टर कहंदा अपनी सेहत का ध्यान रख, तैनूं मेरे कोल आउण दी लोड़ ना पवेगी। साडे ते सुख आउंदे ने, वो मालक का शुक्र करिए। बंदा अपने आप दे विच रवे ते दुखां दी लोड़ ना शायद पवे। दुख दारू सुख रोग भया, जा सुख ताप ना होई। हुण की कहंदा, तू करता करना मैं ना ही जाहो करी ना होई। हुण कह रहा बलिहारी कुदरत वसिया तेरा अंत ना जाई। लखिया पहला क्यों नहीं आखदा पिया? पहला दुखा ने सुखा ने इन्ना क ज़्यादा तां चुक दिता, इनू कुछ नज़र नहीं सी आउंदा। सो सतगुरु इत्थे बख्शिश करते हैं। मेरे कहण दा भाव ये सारा कुछ परमात्मा के हुक्म दे विच है। जे वो दुख दिंदा है तां भी उहदे हुक्म दे विच ने। गुरमुखो जे सुख दिंदा है ते तां भी उहदे हुक्म दे विच ने। जे तुसी उहनूं सत करके प्रवान कर लोगे, बस इहो नुकता समझण वाला है, तो मनुख दी जीवन जिहड़ा वो सौखा हो जाता है। जे तुसी आकी हो गए तो सारी उम्र बंदा कल्पदा रहिंदा है, विलकदा रहिंदा है, पिटदा रहिंदा है, हत्थ दे विच उहदे कुछ नहीं हुंदा। मैं फिर शब्द रिपीट कर देवां, जिस ठाकुर स्यों ना ही चारा की कर लोगे तुसी?
ਬੱਚਿਆਂ ਨੇ ਮਾਂ ਬਾਪ ਨੂੰ ਘਰੋਂ ਕੱਢ ਦਿੱਤਾ, ਕੀ ਕਰ ਲੋਗੇ? ਅਨਾਥ ਆਸ਼ਰਮ ਦੇ ਵਿੱਚ ਚਲੇ ਗਏ, ਭੈਣ ਭਰਾਵਾਂ ਨੇ ਛੱਡ ਦਿੱਤਾ, ਆਪਣਿਆਂ ਨੇ ਸਾਥ ਛੱਡ ਦਿੱਤਾ। ਗਰੀਬੀ ਲੱਕ ਤੋੜ ਗਈ, ਕੀ ਕਰ ਲੋਗੇ ਤੁਸੀਂ? ਕੁਦਰਤੀ ਆਫਤਾਂ ਨੇ ਆਣ ਕੇ ਤੁਹਾਨੂੰ ਦੱਬ ਲਿਆ, ਦੱਬਣਾ ਸੀ, ਇਹ ਕੁਝ ਤੁਹਾਡੇ ਨਾਲ ਵਾਪਰਨਾ ਸੀ, ਕੀ ਕਰ ਲੋਗੇ? ਸਭ ਤੋਂ ਚੰਗਾ ਇਹ ਹੈ ਪਰਮਾਤਮਾ ਸੁੱਖ ਦੇਵੇ ਦੁੱਖ ਦੇਵੇ, ਉਹਨੂੰ ਸੱਤ ਕਰਕੇ ਪ੍ਰਵਾਨ ਕਰ ਲਓ। ਜਿਹੜਾ ਮਨੁੱਖ ਪ੍ਰਵਾਨ ਕਰ ਲੈਂਦਾ ਹੈ, ਸਤਿਗੁਰੂ ਕਹਿੰਦੇ ਉਹ ਭਾਣੇ ਦੇ ਵਿੱਚ ਹੁਕਮ ਦੇ ਵਿੱਚ ਜਿਹੜਾ ਹੁਕਮ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਹੁਕਮ ਦੇ ਵਿੱਚ ਲੀਨ ਹੋ ਜਾਂਦਾ ਹੈ, ਫਿਰ ਉਹ ਪਰਮ ਆਨੰਦ ਨੂੰ, ਪਰਮ ਸੁੱਖ ਨੂੰ ਪ੍ਰਾਪਤ ਕਰ ਲੈਂਦਾ ਹੈ। ਫਿਰ ਉਹ ਕਹਿੰਦਾ ਰਾਜ ਨਾ ਚਾਹੋ, ਅੱਗੇ ਮੈਨੂੰ ਰਾਜ ਦੇ ਵਿੱਚੋਂ ਸੁੱਖ ਮਿਲਦਾ ਸੀ, ਰਾਜ 'ਚੋਂ ਧੱਕਾ ਲੱਗਾ, ਫਿਰ ਮੈਂ ਚਾਹੁੰਦਾ ਸਾਂ ਮੈਨੂੰ ਮੁਕਤੀ ਮਿਲ ਜੇ। ਮੁਕਤੀ ਦੇ ਨਾਲ ਵੀ ਮੈਂ ਬੜੀਆਂ ਸਾਧਨਾ ਕੀਤੀਆਂ, ਤਾਂ ਵੀ ਸੁੱਖ ਨਾ ਮਿਲਿਆ, ਅੰਦਰ ਨੂੰ ਸ਼ਾਂਤੀ ਨਾ ਮਿਲੀ। ਹੁਣ ਕਹਿੰਦਾ ਹੈ ਨਹੀਂ, ਮੈਨੂੰ ਪਰਮ ਸੁੱਖ ਮਿਲ ਗਿਆ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਕਿਉਂ? ਮਨ ਪ੍ਰੀਤ ਚਰਨ ਕਮਲਾਰੇ, ਮਨ ਦੀ ਪ੍ਰੀਤ ਹੁਣ ਸੋਹਣੇ ਚਰਨਾਂ ਦੇ ਮਾਲਕ ਦੇ ਚਰਨਾਂ ਦੇ ਨਾਲ ਪੈ ਗਈ। ਹੁਣ ਮੈਨੂੰ ਨਾ ਸੁੱਖ ਤੰਗ ਕਰਦਾ ਹੈ, ਨਾ ਦੁੱਖ ਤੰਗ ਕਰਦਾ ਹੈ, ਨਾ ਮੈਨੂੰ ਕੋਈ ਚੰਗਾ ਵਿਚਾਰ ਤੰਗ ਕਰਦਾ ਹੈ, ਨਾ ਮੰਦਾ ਵਿਚਾਰ ਤੰਗ ਕਰਦਾ ਹੈ। ਕਿਉਂਕਿ ਗੁਰਮੁਖ ਜਿਹੜਾ ਤਿੰਨਾਂ ਪਦਾਂ ਨੂੰ ਲੰਘ ਕੇ ਤੁਰਿਆ ਅਵਸਥਾ ਦੇ ਵਿੱਚ ਚਲਾ ਗਿਆ, ਜਿੱਥੇ ਨਾ ਸੁੱਖ ਹੈ ਨਾ ਦੁੱਖ ਹੈ, ਕੇਵਲ ਤੇ ਕੇਵਲ ਆਨੰਦ ਹੈ। ਹੁਣ ਇਹ ਝੂਮਦਾ ਫਿਰਦਾ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਹੁਣ ਆਨੰਦ ਦੇ ਵਿੱਚ ਪਹੁੰਚ ਗਿਆ। ਸੋ ਸਤਿਗੁਰਾਂ ਨੇ ਇੱਥੇ ਅੱਜ ਹੁਕਮ ਦੀ ਗੱਲ ਕੀਤੀ ਹੈ। ਮੈਂ ਫਿਰ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਹੁਕਮ ਕੇਵਲ ਤੇ ਕੇਵਲ ਗੁਰੂ ਅਰਜਨ ਸਾਹਿਬ ਨੇ ਦੋ ਪੰਕਤੀਆਂ ਸਮਝਾ ਦਿੱਤਾ। ਕਹਿੰਦੇ ਜੋ ਪਰਮਾਤਮਾ ਕਰਦਾ ਹੈ ਉਹਨੂੰ ਸੱਤ ਕਰਕੇ ਪ੍ਰਵਾਨ ਕਰ। ਇੱਥੇ ਗੁਰੂ ਨਾਨਕ ਸਾਹਿਬ ਕਹਿ ਲਗੇ ਜਿਹੜਾ ਮਾਲਕ ਦੇ ਹੁਕਮ ਨੂੰ ਪ੍ਰਵਾਨ ਕਰ ਜਾਂਦਾ, ਇੱਕ ਨਾ ਹੁਕਮ ਸਮਾਏ ਲਏ। ਜਿਹੜਾ ਰੱਬ ਦੇ ਹੁਕਮ ਨੂੰ ਸੱਤ ਕਰਕੇ ਮੰਨ ਲਿਆ, ਰੱਬ ਨੇ ਸੁੱਖ ਦਿੱਤਾ, ਰੱਬ ਨੇ ਦੁੱਖ ਦਿੱਤਾ, ਸੱਤ ਕਰਕੇ ਪ੍ਰਵਾਨ ਕਰ ਲਿਆ, ਕਹਿ ਲਗੇ ਪ੍ਰਮਾਤਮਾ ਨੇ ਉਹਨੂੰ ਆਪਣੇ ਵਿੱਚ ਲੀਨ ਕਰ ਲਿਆ। ਇੱਕ ਨਾ ਹੁਕਮ ਸਮਾਏ ਲਏ, ਉਹ ਹੁਕਮ ਦੀ ਜਿਹੜੀ ਰੂਟੀਨ ਦੀ ਲਗਾਤਾਰ ਚੱਲਦਾ ਹੈ ਨਾ, ਉਹਦਾ ਕਾਨੂੰਨ, ਉਹਦੇ ਮੁਤਾਬਕ ਮਨੁੱਖ ਰੱਬ ਦੇ ਵਿੱਚ ਭੇਦ ਹੋ ਗਿਆ। ਤੇ ਇੱਕ ਕਹਿੰਦਾ ਸੀ ਮੈਂ ਹੁਕਮ ਨਹੀਂ ਮੰਨਦਾ, ਸਾਰੀ ਉਮਰ ਕਲਪਦਾ ਰਿਹਾ, ਵਿਲਕਦਾ ਰਿਹਾ, ਕੁਛ ਨਹੀਂ ਹੱਥ ਲੱਗਾ। ਸਤਿਗੁਰੂ ਕਹਿੰਦੇ ਜੀਵਨ ਤਬਾਹ ਕਰਕੇ ਬੈਠ ਗਿਆ। ਇੱਕ ਨਾ ਹੁਕਮੇ ਕਰੇ ਵਿਨਾਸ਼, ਪਰਮਾਤਮਾ ਆਪਣੇ ਹੁਕਮ ਦੇ ਵਿੱਚ ਹੀ ਕਈਆਂ ਨੂੰ ਫੜ ਕੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਤੇ ਕਈਆਂ ਦਾ ਜੀਵਨ ਜਿਹੜਾ ਉਹ ਤਬਾਹ ਕਰ ਦਿੰਦਾ। ਇਹ ਹੋ ਸਾਰਾ ਉਹਦੇ ਹੁਕਮ 'ਚ ਰਿਹਾ ਹੈ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ, ਇੱਕ ਉਹ ਜਿਹੜੇ ਪਰਮਾਤਮਾ ਦੇ ਹੁਕਮ ਅਨੁਸਾਰੀ ਹੋ ਗਏ, ਉਹਦਾ ਹੁਕਮ ਸੱਤ ਕਰਕੇ ਮੰਨ ਲਿਆ। ਪਰਮਾਤਮਾ ਨੇ ਆਪਣੇ ਭਾਣੇ ਦੇ ਵਿੱਚ, ਆਪਣੇ ਹੁਕਮ ਦੇ ਵਿੱਚ ਮਾਇਆ ਦੀ ਲਪੇਟ ਤੋਂ ਕੱਢ ਲਿਆ, ਬਲਦੀ ਹੋਈ ਅੱਗ ਤੋਂ, ਇਹ ਵਿਕਾਰਾਂ ਦੀਆਂ ਅੱਗਾਂ ਤੋਂ ਬਾਹਰ ਕੱਢ ਲਿਆ। ਤੇ ਜਿਹੜੇ ਮਨੁੱਖ ਨੇ ਉਹਦਾ ਹੁਕਮ ਪ੍ਰਵਾਨਾ ਨਾ ਕੀਤਾ, ਇੱਕ ਨਾ ਮਾਇਆ ਵਿੱਚ ਨਿਵਾਸ, ਸਾਰੀ ਉਮਰ ਮਾਇਆ ਧਾਰੀ ਬਣ ਕੇ ਵਿਚਰਦਾ ਗਿਆ। ਮਿਲਿਆ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਜ਼ਹਿਰ ਅੰਦਰੋਂ ਅੰਦਰ ਹੀ ਘੁਲਦਾ ਗਿਆ। ਮਿਲਿਆ ਕੁਛ ਨਹੀਂ। ਸਤਿਗੁਰੂ ਕਹਿ ਲਗੇ ਇੱਕ ਮਾਲਕ ਦੇ ਹੁਕਮ ਦੇ ਵਿੱਚ ਜਿਹੜੇ ਚੱਲਦੇ ਨੇ, ਪਰਮਾਤਮਾ ਨੂੰ ਕਈਆਂ ਨੂੰ ਜਿਹੜਾ ਕੱਢ ਕੇ ਆਪਣੇ ਚਰਨਾਂ 'ਚ ਲਾ ਲੈਂਦਾ ਹੈ, ਕਈਆਂ ਨੂੰ ਜਿਹੜਾ ਮਾਇਆ ਦੇ ਵਿੱਚ ਧਕੇਲ ਦਿੰਦਾ। ਇੱਕ ਨਾ ਭਾਣੈ ਕੱਢ ਲਏ, ਇੱਕ ਨਾ ਮਾਇਆ ਵਿੱਚ ਨਿਵਾਸ। ਅੱਗੇ ਸਤਿਗੁਰੂ ਕਹਿ ਲਗੇ ਪਰ ਭਲਿਆ ਇੱਕ ਗੱਲ ਚੇਤਾ ਰੱਖੀ, ਏਵ ਭੇ ਆਖ ਨਾ ਜਾਪਈ। ਕਹਿਣ ਲੱਗੇ ਇਹ ਤਰੀਕਾ ਜਿਹੜਾ ਇਹ ਇਸ ਤਰੀਕੇ ਨਾਲ ਕਦੀ ਨਹੀਂ ਆਖਿਆ ਜਾ ਸਕਦਾ। ਕੀ ਜੀ? ਕਿ ਇਹ ਜੇ ਕਿਸੇ ਆਣਾ ਰਾਸ, ਜੇ ਦਾ ਅਰਥ ਕਰਾਂਗੇ ਜਿਹਨੂੰ, ਕਹਿਣ ਲੱਗੇ ਇਹ ਕਦੀ ਨਹੀਂ ਕਿਹਾ ਜਾ ਸਕਦਾ। ਰਾਸ ਦਾ ਅਰਥ ਕਰਾਂਗੇ ਪ੍ਰਮਾਣ, ਪਰਮਾਤਮਾ ਇਸ ਮਨੁੱਖ ਨੂੰ ਪ੍ਰਵਾਨ ਕਰੇਗਾ ਤੇ ਇਸ ਨੂੰ ਪ੍ਰਵਾਨ ਨਹੀਂ ਕਰੇਗਾ। ਪਰਮਾਤਮਾ ਗੁਰਮੁਖ ਨੂੰ ਪ੍ਰਵਾਨ ਕਰੇਗਾ ਤੇ ਮਨਮੁਖ ਨੂੰ ਪ੍ਰਵਾਨ ਨਹੀਂ ਕਰੇਗਾ। ਪਰਮਾਤਮਾ ਦਿਨ ਨੂੰ ਪ੍ਰਵਾਨ ਕਰੇਗਾ ਤੇ ਪਰਮਾਤਮਾ ਰਾਤ ਨੂੰ ਨਹੀਂ ਪ੍ਰਵਾਨ ਕਰੇਗਾ। ਇਹ ਨਹੀਂ ਬਿਆਨ ਕੀਤਾ ਜਾ ਸਕਦਾ। ਇਹ ਪਰਮਾਤਮਾ ਦਾ ਹੁਕਮ ਹੈ, ਉਹਦੀ ਰਜ਼ਾ ਹੈ। ਉਹਦੇ ਭਾਣੇ ਦੇ ਵਿੱਚ ਕੋਈ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ, ਕੋਈ ਦੂਰ ਹੋ ਜਾਂਦਾ ਹੈ, ਪਰ ਇਹਦੇ ਬਾਰੇ ਕੋਈ ਮਨੁੱਖ ਪੂਰਨ ਤੌਰ ਤੇ ਸਟੇਟਮੈਂਟ ਨਹੀਂ ਦੇ ਸਕਦਾ ਕਿ ਕਿਹੜੇ ਜੀਵ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨਗੇ ਤੇ ਕਿਹੜੇ ਜੀਵ ਚਰਨਾਂ ਦੇ ਨਾਲ ਨਹੀਂ ਜੁੜਨਗੇ। ਮੈਂ ਇੱਕ ਬੇਨਤੀ ਕਹਿ ਕੇ ਆਪਣੀ ਵਿਚਾਰ ਵੱਲ ਆਵਾਂ, ਸਮਾਂ ਹੋ ਚੱਲਿਆ। ਆਮ ਕਰਕੇ ਧਰਮ ਦੀ ਫਿਲਾਸਫੀ ਕਹਿੰਦੀ ਹੈ ਕਿ ਭਲਿਆ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ। ਗੁਰਮਤਿ ਨੇ ਵੀ ਕਿਹਾ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਫਰੀਦ ਸਾਹਿਬ ਦੇ ਵੀ ਬਚਨ ਨੇ ਕਿ ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋ ਦਾਤ। ਪਰ ਮੇਰੇ ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ, ਕਹਿ ਲੱਗੇ ਜਿਹੜੀ ਦਾਤ ਦੀ ਗੱਲ ਕਰਦਾ ਹੈ ਨਾ ਤੂੰ, ਜੇ ਪਰਮਾਤਮਾ ਦੀ ਅਭੇਦਤਾ ਦੀ ਗੱਲ ਕਰਦਾ, ਇੱਥੇ ਗੁਰੂ ਨਾਨਕ ਸਾਹਿਬ ਕਹਿ ਲਗੇ ਏਵ ਭੇ ਆਖ ਨਾ ਜਾਪਈ, ਜੇ ਕਿਸੇ ਆਣੇ ਰਾਸ, ਕੋਈ ਕਿਹਾ ਨਹੀਂ ਜਾ ਸਕਦਾ ਪਰਮਾਤਮਾ ਕਿਹਨੂੰ ਪ੍ਰਵਾਨ ਕਰਦਾ ਹੈ। ਉੱਥੇ ਸਤਿਗੁਰੂ ਕਹਿ ਲਗੇ ਬਾਬਾ ਫਰੀਦ ਸਾਹਿਬ ਨੂੰ ਕਹਿ ਲਗੇ ਫਰੀਦਾ ਇੱਕ ਗੱਲ ਯਾਦ ਰੱਖੀ, ਦਾਤੀ
ਸਾਹਿਬ ਸੰਦੀਆਂ। ਇਹ ਤਾਂ परमात्मा ਦੀਆਂ ਦਾਤਾਂ ਨੇ। ਪਤਾ ਨਹੀਂ ਉਹਨੇ ਕਿਹਨੂੰ ਜੋੜ ਲੈਣਾ ਹੈ, ਕਿਹਨੂੰ ਧਕੇਲ ਦੇਣਾ ਹੈ, ਕੀਤੇ ਰਹਿਮਤ ਕਰ ਦੇਣੀ ਹੈ, ਕਿਹਦੇ ਤੇ ਕਰੂਪੀ ਆ ਜਾਣੀ ਹੈ, ਕਿਹਨੂੰ ਰਾਜ ਬਖਸ਼ ਦੇਣਾ ਹੈ, ਕਿਹਨੂੰ ਭਿਖਾਰੀ ਦੇ ਬਣਾ ਦੇਣਾ। ਇਹ ਤੇ ਰੱਬ ਦੇ ਹੱਥ ਦੀਆਂ ਦਾਤਾਂ ਨੇ। ਕਹਿ ਲਗੇ ਦਾਤੀ ਸਾਹਿਬ ਸੰਦੀਆਂ, ਕਿਆ ਚੱਲੈ ਤਿਸ ਨਾਲ, ਇੱਕ ਜਾ ਗਨ ਨਾਲ ਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਕਈ ਵਾਰੀ परमात्मा ਦੀਆਂ ਦਾਤਾਂ ਇਦਾਂ ਦੀਆਂ, ਮੈਂ ਕੱਲ ਵੀ ਕਿਹਾ ਸੀ, ਰਾਤ ਭਿਖਾਰੀ ਸੌਂਦਾ, ਸਵੇਰ ਨੂੰ ਰਾਜ ਭਾਗ ਮਿਲਿਆ ਹੁੰਦਾ। परमात्मा ਦੀਆਂ ਦਾਤਾਂ ਨੇ ਰਾਤ ਨੂੰ ਜਿਹੜਾ ਸੀ ਉਹ ਸੜਕ ਦੇ ਸੁੱਤਾ ਸੀ, ਸਵੇਰ ਹੋਈ ਤੇ ਚੰਗਿਆਂ ਭਲਿਆਂ ਮਹਿਲਾਂ ਦੇ ਵਿੱਚ ਇਹਦੀ ਜਾਗ ਖੁੱਲਦੀ ਪਈ ਹੈ। ਇਹ परमात्मा ਦਾ ਹੁਕਮ ਹੈ। ਆ ਪਿੱਛੇ ਜੇ ਸਾਡੇ ਨਾਲ ਇਦਾਂ ਵਾਪਰਿਆ ਨਾ, ਆ ਜਦੋਂ ਇਲੈਕਸ਼ਨ ਹੋਈ, ਜਿਹੜੇ ਰਾਤ ਸੁੱਤੇ ਸਨ ਉਹ MLA ਸਨ, ਜਿਸ ਵੇਲੇ ਸਵੇਰ ਨੂੰ ਉੱਠੇ ਉਹਨਾਂ ਦੇ ਨਾਮ ਨਾਲ ਸਾਬਕਾ ਲੱਗ ਗਿਆ ਹੋਇਆ। ਇਹ ਸਾਰਿਆਂ ਦੇ ਸਾਹਮਣੇ ਆਇਆ ਨਾ। ਰਾਤ ਨੂੰ ਸੁੱਤਾ ਸੀ, ਕਹਿੰਦਾ ਸੀ ਮੈਂ MLA ਹਾਂ, ਮੈਂ ਮੰਤਰੀ ਹਾਂ, ਸਵੇਰ ਨੂੰ ਰਿਪੋਰਟ ਬਦਲ ਗਈ, ਹੁਣ ਸਵੇਰ ਨੂੰ ਕਹਿੰਦਾ ਤੂੰ ਸਾਬਕਾ ਹੋ ਚੁੱਕਾ। ਇਹ परमात्मा ਦੀ ਖੇਡ ਹੈ। ਸਤਿਗੁਰੂ ਕਹਿ ਲਗੇ ਏਵ ਭੇ ਆਖ ਨਾ ਜਾਪਈ, ਜੇ ਕਿਸੇ ਆਣੇ ਰਾਸ। ਯਾਦ ਰੱਖਿਓ परमात्मा ਦੇ ਘਰ 'ਚ ਕੌਣ ਪ੍ਰਵਾਨ ਹੁੰਦਾ ਹੈ। ਇਹ ਕਰਤੇ ਕੀ ਮਿਤ ਕਰਤਾ ਜਾਣੇ, ਕਹਿ ਜਾਣੇ ਗੁਰ ਸੂਰਾ। ਗੁਰੂ ਤੇ परमात्मा ਜਾਣਦਾ, ਇਹਦੇ ਬਾਰੇ ਮਨੁੱਖ ਨਹੀਂ ਬਿਆਨ ਕਰ ਸਕਦਾ। ਸਤਿਗੁਰੂ ਕਹਿ ਲਗੇ ਹਾਂ ਇੱਕ ਗੱਲ ਜ਼ਰੂਰ ਹੈ, ਨਾਨਕ ਗੁਰਮੁਖ ਜਾਣੀ ਹੈ। ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਹੋ ਕੇ ਚੱਲਦਾ ਹੈ ਨਾ, ਉਹਨੂੰ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ। ਪਰ ਬਾਸ਼ਰਤ ਜਾ ਕੋ ਆਪ ਕਰੇ ਪ੍ਰਗਾਸ। ਪ੍ਰਗਾਸ ਦਾ ਅਰਥ ਕਰਾਂਗੇ ਚਾਨਣ। ਜਿਹਨੂੰ परमात्मा ਆਤਮਿਕ ਸੋਝੀ ਦੇ ਦੇਵੇ, ਉਹਨੂੰ परमात्मा ਦੇ ਹੁਕਮ ਦੀ ਸਮਝ ਲੱਗ ਜਾਂਦੀ ਹੈ। ਨਹੀਂ ਤੇ ਸਾਰੀ ਉਮਰ ਮਨੁੱਖ ਮੱਥੇ ਹੀ ਮਾਰਦਾ ਰਹਿ ਜਾਂਦਾ ਹੈ, ਕੋਈ ਵਿਲਕਦਾ ਰਹਿ ਜਾਂਦਾ ਹੈ, ਕੋਈ ਸਾਡੇ ਵਰਗਾ ਗਿਆਨ ਘੋਟਦਾ, ਕਿਤਾਬਾਂ ਘੋਟਦਾ ਰਹਿ ਜਾਂਦਾ ਹੈ। परमात्मा ਦਾ ਹੁਕਮ ਕਈ ਕੋਆਂ ਦੂਰ ਰਹਿ ਜਾਂਦਾ। ਨਾਨਕ ਗੁਰਮੁਖ ਜਾਣੀ ਹੈ, ਜਾ ਕੋ ਆਪ ਕਰੇ ਪ੍ਰਗਾਸ। ਜਿਹਦੇ ਉੱਤੇ परमात्मा ਮਿਹਰ ਕਰਕੇ ਉਹਨੂੰ ਅੰਦਰ ਦਾ ਚਾਨਣ ਬਖਸ਼ਦਾ ਹੈ। ਜਿਹਨੂੰ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਕਿ ਭਲਿਆ ਇਹ परमात्मा ਦੇ ਘਰ ਦੀ ਦਾਤ ਹੈ, ਉਹਦਾ ਪਤਾ ਨਹੀਂ ਉਹਨੇ ਕਿਹਦੀ ਝੋਲੀ ਦੇ ਵਿੱਚ ਪਾ ਦੇਣੀ ਹੈ। ਸਤਿਗੁਰੂ ਕਹਿ ਲਗੇ ਜਾ ਕੋ ਆਪ, ਜਿਹਨੂੰ ਆਪ ਕਿਰਪਾ ਕਰਦਾ ਹੈ, ਜਾ ਕੋ ਆਪ ਕਰੇ ਪ੍ਰਗਾਸ। ਨਾਨਕ ਗੁਰਮੁਖ ਜਾਣੀਏ, ਉਹ ਗੁਰੂ ਦੇ ਸਨਮੁਖ परमात्मा ਦੇ ਹੁਕਮ ਨੂੰ ਸਮਝਦਾ ਹੈ, ਜਿਹਦੇ ਉੱਤੇ परमात्मा ਰਹਿਮਤ, ਜਿਹਦੇ ਉੱਤੇ परमात्मा ਮਿਹਰ ਕਰ ਦਿੰਦਾ ਹੈ। ਜਿਹੜਾ ਮਨੁੱਖ ਨਹੀਂ ਉਹਦੇ ਹੁਕਮ ਨੂੰ ਮੰਨਦਾ, ਸਤਿਗੁਰਾਂ ਨੇ ਅਗਲੀ ਪੌੜੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨਾਂ ਨੂੰ ਫਿਰ ਜਮਾਂ ਦੇ ਵੱਸ ਪੈਣਾ ਪੈਂਦਾ ਹੈ। ਜਿਹੜੇ ਉਹਦੇ ਹੁਕਮ ਨੂੰ ਸੱਤ ਕਰਕੇ ਮੰਨ ਜਾਂਦੇ ਨੇ, ਉਹ परमात्मा ਦੇ ਨਾਮ ਨੂੰ ਜਪ ਕੇ ਜੀਵਨ ਦੀ ਬਾਜੀ ਜਿੱਤ ਕੇ ਚਲੇ ਜਾਂਦੇ ਨੇ। ਇਹ ਪੌੜੀ ਦੀ ਵਿਚਾਰ ਆਪਾਂ ਕੱਲ ਨੂੰ ਸਾਂਝੀ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। आओ पावन पंक्तियां का जाप सरवण करके समाप्ति करिए। एव भे आख ना जापई, जे किसै आने रास। नानक गुरमुख जानिए, जाको आप करे परगास। वाहिगुरु जी का